ਨਿਆਂਪਾਲਿਕਾ ਦਾ ਇੱਕ ਘੇਰਾ ਹੁੰਦਾ ਵੀ ਜੋ ਉਹਦੇ ਸਾਹਮਣੇ ਫੈਕਟ ਰੱਖੇ ਜਾਣਗੇ ਉਹਨਾਂ ਨੂੰ ਹੀ ਆਧਾਰ ਬਣਾ ਕੇ ਉਹ ਗੱਲ ਕਰਨੀ। ਇਹ ਅੰਦੋਲਨ ਜਿੱਡਾ ਵੱਡਾ ਵਾ, ਸਰਕਾਰ ਦੇ ਹਰ ਕਿਸਮ ਦੇ ਹੱਥ ਕੰਡੇ ਫੇਲ ਹੋਣੇ ਆ। ਦੇਸ਼ ਦੀ ਨਿਆਂਪਾਲਿਕਾ ਜੇ ਆਜ਼ਾਦ ਹੁੰਦੀ, ਸੁਤੰਤਰ ਹੁੰਦੀ ਤਾਂ ਕਿਸੇ ਨੂੰ ਵੀ ਕੁਛ ਕਰਨ ਦੀ ਲੋੜ ਨਹੀਂ। ਸਾਰੇ ਦੇਸ਼ ਦੇ ਮਸਲੇ ਨਿਆਂਪਾਲਿਕਾ ਦੇ ਥਰੂ ਸ਼ਾਇਦ ਹੱਲ ਹੋ ਜਾਣੇ ਚਾਹੀਦੇ ਸੀ। ਤਾਂ ਅਦਾਲਤਾਂ ਵਿੱਚ ਕੇਸ ਕਿੰਨੇ ਰੁਲਦੇ ਨੇ, ਕਿੰਨੇ ਸਾਲ ਰੁਲਦੇ ਨੇ, ਅਸੀਂ ਸਾਰੇ ਦੇਖਦੇ ਹਾਂ। ਇਹ ਪਹਿਲੀ ਕੋਈ ਘਟਨਾ ਨਹੀਂ ਹੈਗੀ। ਤਾਂ ਤੁਸੀਂ ਦੇਖੋ 20 ਕਿਸਮ ਦੇ ਫੈਸਲੇ, ਜਾਣੀ ਦੀ ਕਿਸਾਨਾਂ ਨੂੰ 15 ਦਿਨਾਂ ਵਿੱਚ ਗੰਨੇ ਦੀ ਪੇਮੈਂਟ ਦਿੱਤੀ ਹੋਵੇ ਹੁਕਮ ਨੇ ਮਾਨਯੋਗ ਹਾਈ ਕੋਰਟ ਦੇ, ਉਹ ਕਿੱਥੇ ਲਾਗੂ ਹੋ ਗਏ। ਅਸੀਂ ਜਦੋਂ ਅੱਗੇ ਗਏ ਸਾਡੇ ਬੰਦਿਆਂ ਕੋਲ ਸਿਰੀ ਸਾਹਿਬ ਹੁੰਦੀ ਆ, ਕੁਰਬਾਨ ਹੁੰਦੀ ਆ, ਹੁਣ ਉਹਨੂੰ ਹਥਿਆਰ ਵਜੋਂ ਸ਼ੋਅ ਕਰਨਾ ਇਹ ਮੰਨ ਲਓ ਫੌਜਾਂ ਦੇ ਵਿੱਚ ਜਦੋਂ ਗੁਰਦੁਆਰਾ ਵੀ ਹੁੰਦਾ, ਬਾਰਡਰਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਹੁੰਦੇ ਆ, ਬਾਰਡਰਾਂ ਤੇ ਫਿਰ ਗ੍ਰੰਥੀ ਸਿੰਘ ਵੀ ਹੁੰਦਾ, ਉਹਦੀ ਕੋਈ ਵੀ ਕੁਰਬਾਨ ਹੁੰਦੀ ਆ। ਫਿਰ ਜਦੋਂ ਅਗਲਿਆਂ ਦੀ ਮਨਸ਼ਾ ਹੀ ਇਹ ਆ ਸਾਨੂੰ ਬਦਨਾਮ ਕਰਨ ਦੀ, ਤਾਂ ਹਰ ਹੀਲਾ ਵਰਤਣਗੇ। ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਇਸ ਕੂੜ ਪ੍ਰਚਾਰ ਨਾਲ ਸਾਡੇ ਅੰਦੋਲਨ ਤੇ ਕੋਈ ਫਰਕ ਪਊਗਾ। ਇਹ ਥੋੜੀ ਦੇਰ ਤੇ ਚੱਲਦਾ ਹੁੰਦਾ ਵਾ, ਲੰਮਾ ਦਮਾ ਨਹੀਂ ਚੱਲਦਾ। ਵੀ ਪੰਜਾਬ ਸਰਕਾਰ ਦਾ ਅਸਲ ਚਿਹਰਾ ਵੀ ਸਾਰਿਆਂ ਦੇ ਸਾਹਮਣੇ ਆ ਜਾਊਗਾ। ਅਸੀਂ ਕਿਹਾ ਸੀ ਆਹ ਪੁਲ ਤਾਂ ਸਾਡੇ ਨਕਸ਼ੇ ਮੁਤਾਬਕ ਸਾਡੇ ਚ ਆਉਂਦਾ ਪੰਜਾਬ, ਵੀ ਇੱਥੇ ਹਰਿਆਣੇ ਨੇ ਬੈਰੀਕੇਡਿੰਗ ਕਿੱਦਾਂ ਕਰਤੀ, ਅਜੇ ਤੱਕ ਮੁੱਖ ਮੰਤਰੀ ਪੰਜਾਬ ਨੇ ਸਪਸ਼ਟ ਨਹੀਂ ਕੀਤਾ ਹੈਗਾ। ਸਰਕਾਰ ਇਹ ਦਾਅਵਾ ਕਰਦੀ ਅਸੀਂ ਕਿਸਾਨਾਂ ਦੇ ਨਾਲ ਆ, ਠੀਕ ਹੈ, ਉਹਦਾ ਆਪਦਾ ਦਾਅਵਾ, ਪਰ ਕਿਸਾਨਾਂ ਦੇ ਨਾਲ ਹੋਣ ਦੇ ਬਾਰੇ ਜਿਹੜੀ ਗਰਾਊਂਡ ਦੀ ਲੜਾਈ ਉਹ ਤੋਂ ਪਤਾ ਲੱਗਦਾ ਵੀ ਸਰਕਾਰ ਹੈਗੀ ਕਿ ਨਹੀਂ ਹੈਗੀ। ਸਰਕਾਰ ਸਪਸ਼ਟ ਕਰੇ ਵੀ ਇਹ ਜੁਆਇੰਟ ਆਪਰੇਸ਼ਨ ਤਾਂ ਨਹੀਂ ਹੈਗਾ। ਤਾਂ ਫਿਰ ਜੇ ਇਸ ਕਿਸਮ ਦੀਆਂ ਮਨਸ਼ਾਵਾਂ ਨੇ ਤੇ ਉਹ ਸਰਕਾਰ ਅਦਾਲਤ 'ਚ ਕਿਉਂ ਸਾਡਾ ਪੱਖ ਰੱਖੂ। ਅੱਖਾਂ ਚੱਖਾਂ ਪਾ ਕੇ ਸਰਕਾਰ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਸੈੱਟ ਕਰਾਂਗੇ। ਪਹਿਲੀ ਵਾਰ ਦੇਸ਼ ਦੀਆਂ ਇਲੈਕਸ਼ਨਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਗੁੰਜੂ, ਨਹੀਂ ਤਾਂ ਕਾਰਪੋਰੇਟ ਦੇ ਏਜੰਡੇ ਰਹਿੰਦੇ ਆ, ਇੱਕ ਦੂਜੇ ਤੇ ਦੂਸ਼ਣਬਾਜ਼ੀ, ਤੁਸੀਂ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਤੋ ਵਿਰੋਧੀ ਧਿਰਾਂ ਵੀ ਅੱਜ ਬੋਲ ਰਹੀਆਂ ਜਿਹੜੀਆਂ ਕਦੀ ਸੱਤਾ 'ਚ ਰਹੀਆਂ ਸੀ ਵੀ ਅਸੀਂ MSP ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ। ਕਿਉਂ ਬੋਲ ਰਹੀਆਂ? ਅੰਦੋਲਨ ਦੀ ਸੱਤਾਧਾਰੀ ਵੀ ਬੋਲਣ। ਤਾਂ ਇਹ ਅੰਦੋਲਨ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਕੋਈ ਵੀ ਰੂਪ ਹੋਵੇ ਸਾਡਾ, ਅਸੀਂ ਸੰਘਰਸ਼ ਜਾਰੀ। ਸ਼ੰਭੂ ਬੈਰੀਅਰ ਦੇ ਉੱਪਰ ਮੌਜੂਦ ਹਾਂ ਔਰ ਇਸੇ ਜਗ੍ਹਾ ਦੇ ਉੱਪਰ ਕਿਸਾਨਾਂ ਦੇ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਵੱਡੀ ਤਾਦਾਦ ਦੇ ਵਿੱਚ ਦੇਸ਼ ਭਰ ਦੇ ਲੋਕਾਂ ਦੇ ਵੱਲੋਂ ਇੱਥੇ ਮੋਰਚੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਮੌਜੂਦਾ ਸਮੇਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਤਲਖ ਟਿੱਪਣੀ ਇਸੇ ਮੋਰਚੇ ਨੂੰ ਲੈ ਕੇ ਕੀਤੀ ਜਾਂਦੀ ਹੈ। ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਾਡੇ ਨਾਲ ਨੇ। ਪੰਧੇਰ ਸਾਹਿਬ, ਸਭ ਤੋਂ ਪਹਿਲਾਂ ਮੋਢੇ ਦੇ ਰੂਪ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੀ ਤਲਖ ਟਿੱਪਣੀ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਸਰਕਾਰ ਦੀ ਇੱਕ ਕੋਸ਼ਿਸ਼ ਆ ਵੀ ਅਦਾਲਤ ਦੇ ਜ਼ਰੀਏ ਜਿਹੜੀ ਉਹ ਗੱਲ ਨਹੀਂ ਸੀ ਕਰ ਸਕਦੇ, ਅਦਾਲਤ ਦੇ ਜ਼ਰੀਏ ਕਰ ਦੇਣ, ਔਰ ਉਹ ਕਾਮਯਾਬ ਵੀ ਹੋ ਰਹੇ ਆ। ਮੀਡੀਆ ਵੀ ਉਹਨੂੰ ਚੱਕ ਰਿਹਾ ਵੀ ਸ਼ਾਇਦ ਇਹੀ ਗੱਲ ਹੈ, ਮੋਰਚੇ 'ਚ ਤਾਂ ਹੋਰ ਕੋਈ ਗੱਲ ਨਹੀਂ ਹੈਗੀ। ਸਵਾਲ ਹੈਗਾ ਜਿਹੜਾ ਆਰਡਰ ਸਰਕਾਰ ਨੇ ਲਿਖਿਆ ਉਹ ਟਿੱਪਣੀ ਆਰਡਰ ਵਿੱਚ ਨਹੀਂ ਹੈਗੀ, ਜਿਹੜੀ ਵਰਬਲੀ ਉੱਥੇ ਹੋਈ ਉਹ ਆਰਡਰ 'ਚ ਨਹੀਂ ਹੈਗੀ। ਉਹ ਸਾਡੇ ਕੋਲ ਆਰਡਰ ਹੈਗਾ ਉਹਦਾ। ਔਰ ਨਿਆਂਪਾਲਿਕਾ ਦਾ ਇੱਕ ਘੇਰਾ ਹੁੰਦਾ ਵੀ ਜੋ ਉਹਦੇ ਸਾਹਮਣੇ ਫੈਕਟ ਰੱਖੇ ਜਾਣਗੇ ਉਹਨਾਂ ਨੂੰ ਹੀ ਆਧਾਰ ਬਣਾ ਕੇ ਉਹ ਗੱਲ ਕਰਨਗੇ। ਤਾਂ ਦੇਖੋ, ਉਹਨਾਂ ਨੇ ਆਪਣੀ ਗੱਲ ਕਹੀ ਆ। ਸਾਡੇ ਜਿਹੜੇ ਵੀ ਅਸੀਂ ਅੰਦੋਲਨ 'ਚ ਅਸੀਂ ਤਾਂ ਮਤਲਬ ਅਦਾਲਤ 'ਚ ਨਾ ਜਾਣ ਦਾ ਫੈਸਲਾ ਕੀਤਾ। ਕੋਈ ਸੁਤੰਤਰ PL ਪਈ ਸੀਗੀ, ਉਹਦੇ 'ਚ ਉਹਨਾਂ ਦੀ ਟਿੱਪਣੀ ਆਈ ਆ। ਤਾਂ ਮਤਲਬ ਸਰਕਾਰ ਹਰ ਕੋਸ਼ਿਸ਼ ਕਰੂ, ਹਰਿਆਣਾ ਸਰਕਾਰ ਕਿਉਂ ਨਾ ਆਪਣਾ ਜਿਹੜਾ ਵਾ ਪੱਖ ਪੇਸ਼ ਕਰਕੇ ਕਿਸਾਨਾਂ ਦੇ ਜਿਹੜੇ ਆਗੂ ਆ ਉਹਨਾਂ ਦੇ ਐਕਸ਼ਨ ਨੂੰ ਖਰਾਬ ਕਰਨ ਦਾ ਯਤਨ ਕਰੂ। ਇਹ ਸਾਰੇ ਜਾਣਦੇ, ਪਿਛਲੇ ਅੰਦੋਲਨ 'ਚ ਵੀ ਹੋਇਆ ਹੈਗਾ। ਪਰ ਇਹ ਅੰਦੋਲਨ ਜਿੱਡਾ ਵੱਡਾ ਵਾ, ਸਰਕਾਰ ਦੇ ਹਰ ਕਿਸਮ ਦੇ ਹੱਥ ਕੰਡੇ ਫੇਲ ਹੋਣੇ ਆ। ਤੁਸੀਂ ਆਪਣਾ ਪੱਖ ਕਿਉਂ ਨਹੀਂ ਰੱਖ ਸਕੇ? ਜਿਹੜੇ ਫੈਕਟ ਰੱਖੇ ਜਾਣੇ ਚਾਹੀਦੇ ਸੀ, ਫਿਰ ਤੁਹਾਡੀ ਤਰਫ ਤੋਂ ਕੀ ਕੁਝ ਹੋਣਾ ਚਾਹੀਦਾ ਸੀ ਇਹਦੇ ਵਿੱਚ? ਦੇਖੋ, ਦੇਸ਼ ਦੀ ਨਿਆਂਪਾਲਿਕਾ ਜੇ ਆਜ਼ਾਦ ਹੁੰਦੀ, ਸੁਤੰਤਰ ਹੁੰਦੀ ਤਾਂ ਕਿਸੇ ਨੂੰ ਵੀ ਕੁਛ ਕਰਨ ਦੀ ਲੋੜ ਨਹੀਂ। ਸਾਰੇ ਦੇਸ਼ ਦੇ ਮਸਲੇ ਨਿਆਂਪਾਲਿਕਾ ਦੇ ਥਰੂ ਸ਼ਾਇਦ ਹੱਲ ਹੋ ਜਾਣੇ ਚਾਹੀਦੇ ਸੀ। ਤਾਂ ਅਦਾਲਤਾਂ ਵਿੱਚ ਕੇਸ ਕਿੰਨੇ ਰੁਲਦੇ ਨੇ, ਕਿੰਨੇ ਸਾਲ ਰੁਲਦੇ ਨੇ, ਅਸੀਂ ਸਾਰੇ ਦੇਖਦੇ ਹਾਂ। ਦੂਸਰਾ, ਪਿਛਲੇ ਅੰਦੋਲਨ ਦੇ ਵਿੱਚ ਵੀ ਅਸੀਂ ਅਦਾਲਤਾਂ ਵਿੱਚ ਨਾ ਜਾਣ ਦਾ ਸਾਮੂਹਿਕ ਫੈਸਲਾ ਕੀਤਾ। ਐਰਕੀ ਵੀ ਅਸੀਂ ਫੈਸਲਾ ਕੀਤਾ ਹੈਗਾ। ਅਸੀਂ ਤਾਂ ਆਪਣੇ ਲੋਕਾਂ ਤੇ ਟੇਕ ਰੱਖਦੇ ਹਾਂ। ਹਾਂ, ਅਦਾਲਤ ਦਾ ਕੋਈ ਵੀ ਟਿੱਪਣੀ ਤੁਹਾਡੇ ਮਾਧਿਅਮ ਨਾਲ ਹੀ ਲੋਕਾਂ ਤੱਕ ਗਈ ਹੈਗੀ ਹੈ।
ਔਰ ਉਹਦਾ ਜਿਹੜਾ ਪੱਖ ਆ ਸਾਡਾ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ 'ਚ ਚੱਲਿਆ ਜਾਣਾ ਹੈਗਾ। ਔਰ ਇਹ ਪਹਿਲੀ ਕੋਈ ਘਟਨਾ ਨਹੀਂ ਹੈਗੀ। ਤਾਂ ਤੁਸੀਂ ਦੇਖੋ 20 ਕਿਸਮ ਦੇ ਫੈਸਲੇ ਜਾਣੀ ਦੀ ਕਿਸਾਨਾਂ ਨੂੰ 15 ਦਿਨਾਂ ਵਿੱਚ ਗੰਨੇ ਦੀ ਪੇਮੈਂਟ ਦਿੱਤੀ ਹੋਵੇ ਹੁਕਮ ਨੇ ਮਾਨਯੋਗ ਹਾਈ ਕੋਰਟ ਦੇ, ਉਹ ਕਿੱਥੇ ਲਾਗੂ ਹੋ ਗਏ? ਬਥੇਰੇ ਫੈਸਲੇ ਹੁੰਦੇ ਨੇ। ਇੱਕ ਅਸੀਂ PL ਪਾਲੀ ਸੀ ਆਪਣਾ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਮਾਨਯੋਗ ਸੁਪਰੀਮ ਕੋਰਟ ਜਦੋਂ ਹਲਫਨਾਮਾ ਦਾਇਰ ਹੋ ਗਿਆ ਨਾ ਕਹਿਤਾ ਵੀ ਜੋ ਕਾਰਜਪਾਲਿਕਾ ਕਰੂਗੇ ਅਸੀਂ ਉਹਦੇ ਅਗੇਂਸਟ ਨਹੀਂ ਜਾ ਸਕਦੇ। ਅਦਾਲਤਾਂ ਦੀਆਂ ਵੀ ਸੀਮਤਾਂ ਹੀ ਆ। ਅਸੀਂ ਤਾਂ ਲੋਕਾਂ ਤੇ ਟੇਕ ਰੱਖਾਂਗੇ ਔਰ ਲੋਕਾਂ ਤੇ ਵਿਸ਼ਵਾਸ ਰੱਖਾਂਗੇ ਔਰ ਸਾਰੀ ਦੁਨੀਆ ਹਰਿਆਣਾ ਸਰਕਾਰ ਦੇ ਪੱਖ ਨੂੰ ਜਾਣ ਵੀ ਰਹੀ ਆ, ਦੇਖ ਵੀ ਰਹੀ ਆ ਔਰ ਅਸੀਂ ਆਪਣੇ ਮਾਧਿਅਮ ਰਾਹੀਂ ਲੋਕਾਂ ਤੱਕ ਆਪਣੀ ਗੱਲ ਲੈ ਕੇ ਜਾ ਰਹੇ ਹਾਂ। ਅੰਧੇਰ ਸਾਹਿਬ ਦੇ ਵਿੱਚ ਇੱਕ ਹੋਰ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਜਿਹੜੀ ਚੀਜ਼ ਦਾ ਡਰ ਸੀ ਕਿਤੇ ਨਾ ਕਿਤੇ ਉਹੀ ਚੀਜ਼ ਨੈਸ਼ਨਲ ਮੀਡੀਆ ਦੇ ਵੱਲੋਂ ਪ੍ਰਚਾਰੀ ਜਾ ਰਹੀ ਹੈ ਕਿ ਇੱਥੇ ਪ੍ਰੋਟੈਸਟ ਤੇ ਪੀਸਫੁਲੀ ਕਿਹਾ ਜਾ ਰਿਹਾ, ਪਰ ਇੱਥੇ ਹਥਿਆਰਬੰਦ ਲੋਕ ਨੇ, ਇੱਥੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਜਿਹੜੇ ਨਾਬਾਲਗ ਨੌਜਵਾਨ ਨੇ ਉਹਨਾਂ ਨੂੰ ਅੱਗੇ ਕੀਤਾ ਜਾ ਰਿਹਾ, ਉਹਨਾਂ ਦੀ ਆੜ ਲਈ ਜਾ ਰਹੀ ਹੈ। ਦੇਖੋ ਅਦਾਲਤ ਦੀ ਜਿਹੜੀ ਕੱਲ ਟਿੱਪਣੀ ਹੈ ਇਹ ਤੋਂ ਪਹਿਲਾਂ ਵੀ ਤਾਂ ਸਾਨੂੰ ਖਾਲਿਸਤਾਨੀ ਕਹਿ ਰਹੇ ਆ। ਉਹ ਕਿਹੜਾ ਵੀ ਅਦਾਲਤ ਦੀ, ਤਾਂ ਸਰਕਾਰ ਨੂੰ ਤਾਂ ਕੋਈ ਤਰੀਕਾ ਚਾਹੀਦਾ ਨਾ ਆਪਦੀ ਜਿਹੜਾ ਮੇਨ ਸਟ੍ਰੀਮ ਗੋਦੀ ਮੀਡੀਆ ਵਾ। ਤਾਂ ਦੇਖੋ ਉਹ ਜਿਹੜਾ ਸਾਡਾ ਧਾਰਮਿਕ ਚਿਹਰਾ ਵਾ, ਠੀਕ ਆ ਜੀ। ਅਸੀਂ ਜਦੋਂ ਅੱਗੇ ਗਏ ਸਾਡੇ ਬੰਦਿਆਂ ਕੋਲੇ ਸ੍ਰੀ ਸਾਹਿਬ ਹੁੰਦੀ ਆ, ਕੁਰਬਾਨ ਹੁੰਦੀ ਆ, ਹੁਣ ਉਹਨੂੰ ਹਥਿਆਰ ਵਜੋਂ ਸ਼ੋਅ ਕਰਨਾ ਇਹ ਮੰਨ ਲਓ ਫੌਜਾਂ ਦੇ ਵਿੱਚ ਜਦੋਂ ਗੁਰਦੁਆਰਾ ਵੀ ਹੁੰਦਾ, ਬਾਰਡਰਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਹੁੰਦੇ ਆ, ਬਾਰਡਰਾਂ ਤੇ ਫਿਰ ਗ੍ਰੰਥੀ ਸਿੰਘ ਵੀ ਹੁੰਦਾ, ਉਹਦੇ ਕੋਲ ਵੀ ਕੁਰਬਾਨ ਹੁੰਦੀ ਆ। ਫਿਰ ਤਾਂ ਇਹ ਨਹੀਂ ਹੈਗਾ। ਤਾਂ ਦੇਖੋ ਜਦੋਂ ਅਗਲਿਆਂ ਦੀ ਮਨਸ਼ਾ ਹੀ ਇਹ ਆ ਸਾਨੂੰ ਬਦਨਾਮ ਕਰਨ ਦੀ, ਤਾਂ ਹਰ ਹੀਲਾ ਵਰਤਣਗੇ। ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਇਸ ਕੂੜ ਪ੍ਰਚਾਰ ਨਾਲ ਸਾਡੇ ਅੰਦੋਲਨ ਤੇ ਕੋਈ ਫਰਕ ਪਊਗਾ। ਇਹ ਥੋੜੀ ਦੇਰ ਤੇ ਚੱਲਦਾ ਹੁੰਦਾ ਵਾ, ਲੰਮਾ ਦਮਾ ਨਹੀਂ ਚੱਲੂਗਾ। ਦੂਜੇ ਪਾਸੇ ਦੇਖਿਆ ਜਾਵੇ ਤਾਂ CM ਮਾਨ ਕਿਸਾਨਾਂ ਦੇ ਵਿੱਚ ਅਤੇ ਸੈਂਟਰ ਦੇ ਦਰਮਿਆਨ ਬਣੇ ਤਕਰਾਰ ਨੂੰ ਲੈ ਕੇ ਵਿਚੋਲਗੀ ਵੀ ਕਰਦੀ ਰਹੀ ਹੈ। ਫਿਰ ਕੀ ਲੱਗਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਕੋਰਟ ਦੇ ਵਿੱਚ ਪੱਖ ਨਹੀਂ ਸੀ ਰੱਖਿਆ ਜਾਣਾ ਚਾਹੀਦਾ? ਦੇਖੋ ਇਹ ਤਾਂ ਹੁਣ ਪੰਜਾਬ ਸਰਕਾਰ ਦਾ ਵਿਸ਼ਾ, ਅਸੀਂ ਨਹੀਂ ਇੱਥੇ ਕੋਈ ਟਿੱਪਣੀ ਕਰਨਾ ਚਾਹੁੰਦੇ, ਪਰ ਸਵਾਲ ਆ ਵੀ ਪੰਜਾਬ ਸਰਕਾਰ ਦਾ ਅਸਲ ਚਿਹਰਾ ਵੀ ਸਾਰਿਆਂ ਦੇ ਸਾਹਮਣੇ ਆ ਜਾਊਗਾ। ਅਸੀਂ ਤੇ ਸਪਸ਼ਟ ਕਿਹਾ ਸੀ ਵੀ ਜਿਹੜੇ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਹੋਏ ਆ, ਇਹ ਤੁਹਾਡੀ ਮਤਲਬ ਤੁਸੀਂ ਜੇ ਸੈਂਟਰ ਦੇ ਅਦਾਰੇ ਕੋ ਮੰਗ ਕਰੋਗੇ ਵੀ ਇੱਥੋਂ ਦੇ ਨੈੱਟ ਬੰਦ ਕੀਤੇ ਜਾਣ ਤਾਂ ਹੀ ਬੰਦ ਕੀਤੇ ਜਾ ਸਕਦੇ ਆ। ਨਹੀਂ, ਉਹ ਕਹਿੰਦੇ ਸੀ ਸਿੱਧੇ ਸੈਂਟਰ ਨੇ ਬੰਦ ਕਰਤੇ ਆ। ਇਹ ਵੀ ਆਉਣ ਵਾਲੇ ਸਮੇਂ ਸੱਚ ਤੁਹਾਡੇ ਸਾਹਮਣੇ ਆ ਜਾਊਗਾ। ਅਸੀਂ ਕਿਹਾ ਸੀ ਆਹ ਪੁਲ ਤਾਂ ਸਾਡੇ ਨਕਸ਼ੇ ਮੁਤਾਬਕ ਸਾਡੇ ਚ ਆਉਂਦਾ ਪੰਜਾਬ 'ਚ, ਵੀ ਇੱਥੇ ਹਰਿਆਣੇ ਨੇ ਬੈਰੀਕੇਟਿੰਗ ਕਿੱਦਾਂ ਕਰਤੀ? ਅਜੇ ਤੱਕ ਮੁੱਖ ਮੰਤਰੀ ਪੰਜਾਬ ਨੇ ਸਪਸ਼ਟ ਨਹੀਂ ਕੀਤਾ ਹੈਗਾ। ਬਹੁਤ ਸਾਰੇ ਚਲੋ ਉਹ FIR ਤਾਂ 0 ਸੀ, ਉਹ ਹਰਿਆਣੇ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤੀ। ਜਿਹੜਾ ਇੱਥੇ ਸਾਡੀ ਟੈਰੀਟਰੀ ਦਾ ਇਸਤੇਮਾਲ ਕੀਤਾ ਉਹ ਤੇ ਪੰਜਾਬ ਸਰਕਾਰ ਕੋਈ ਨਹੀਂ FIR ਕਰ ਦੇਗੀ। ਸਰਕਾਰ ਇਹ ਦਾਅਵਾ ਕਰਦੀ ਅਸੀਂ ਕਿਸਾਨਾਂ ਦੇ ਨਾਲ ਆ, ਠੀਕ ਹੈ, ਉਹਦਾ ਆਪਦਾ ਦਾਅਵਾ, ਪਰ ਕਿਸਾਨਾਂ ਦੇ ਨਾਲ ਹੋਣ ਦੇ ਬਾਰੇ ਜਿਹੜੀ ਗਰਾਊਂਡ ਦੀ ਲੜਾਈ ਉਹ ਤੋਂ ਪਤਾ ਲੱਗਦਾ ਵੀ ਸਰਕਾਰ ਹੈਗੀ ਕਿ ਨਹੀਂ। ਤਾਂ ਸਰਕਾਰ ਸਪਸ਼ਟ ਕਰੇ ਵੀ ਇਹ ਜੁਆਇੰਟ ਆਪਰੇਸ਼ਨ ਤਾਂ ਨਹੀਂ ਹੈਗਾ। ਤਾਂ ਫਿਰ ਜੇ ਇਸ ਕਿਸਮ ਦੀਆਂ ਮਨਸ਼ਾਵਾਂ ਨੇ ਤੇ ਉਹ ਸਰਕਾਰ ਅਦਾਲਤ 'ਚ ਕਿਉਂ ਸਾਡਾ ਪੱਖ ਰੱਖੂਗੀ? ਚੋਣ ਜਾਬਤਾ ਨੇੜੇ ਹੈ, ਬਿਲਕੁਲ 10-12 ਦਿਨ ਦਾ ਸਮਾਂ ਹੈ। ਕੀ ਲੱਗਦਾ ਕਿ ਚੋਣ ਜਾਬਤੇ ਨੂੰ ਲੈ ਕੇ ਕਿਸਾਨਾਂ ਦਾ ਰੁਖ ਕਿਸ ਤਰੀਕੇ ਦਾ ਹੋ ਸਕਦਾ ਹੈ? ਦੇਖੋ ਜਦੋਂ ਅਸੀਂ 13 ਫਰਵਰੀ ਨੂੰ ਅੰਦੋਲਨ ਖੜਾ ਕਰ ਰਹੇ ਸੀ ਤਾਂ ਅੰਦੋਲਨ ਨਵੰਬਰ 'ਚ ਲੜਨਾ ਚਾਹੁੰਦੇ ਸੀ, ਦਸੰਬਰ 'ਚ। ਫਿਰ 13 ਜਨਵਰੀ ਲੜ ਕੇ ਚੋਣ ਜਾਬਤੇ ਤੋਂ ਪਹਿਲਾਂ ਅੰਦੋਲਨ ਜਿੱਤ ਲਾਂਗੇ, ਸਾਨੂੰ ਪੰਜਾਬ ਨਹੀਂ ਜਿੱਤਿਆ ਜਾਣਾ। ਸਪਸ਼ਟ ਆ, ਸਰਕਾਰ ਦੀ ਨੀਅਤ ਮਾੜੀ। ਚੋਣ ਜਾਬਤੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਪਹਿਲਾ ਅੰਦੋਲਨ ਹੈ ਜਿਹੜਾ ਇੱਥੇ ਜਦੋਂ ਬਹਿ ਗਏ ਤੇ ਗਲੇ ਦੀ ਹੱਡੀ ਬਣ ਗਿਆ। ਹੁਣ ਦੁਨੀਆ ਵਿੱਚ ਕੀ ਜਾ ਰਿਹਾ ਵੀ ਅਸੀਂ ਤਾਂ ਕਿਹਾ ਵੀ ਹੁਣ ਗਾਂ ਅਸੀਂ ਨਹੀਂ ਵੱਧਦੇ, ਅਸੀਂ ਬਹਿੰਦੇ ਜਿੰਨਾ ਚਿਰ ਤੁਸੀਂ ਰਾਹ ਨਹੀਂ ਖੁੱਲਾ ਦਿੰਦੇ। ਹੁਣ ਕੀ ਦੁਨੀਆ ਵਿੱਚ ਕੀ ਜਾ ਰਿਹਾ ਵੀ ਰਾਹ ਕਿੰਨੇ ਬੰਦ ਕੀਤੇ ਆ, ਰਾਹ ਕਿਉਂ ਬੰਦ ਕੀਤੇ ਆ? ਸਰਕਾਰ ਜਵਾਬ ਦੇਵੇ, ਠੀਕ ਆ। ਤਾਂ ਸਵਾਲ ਹੈਗਾ ਵੀ ਅੱਖਾਂ ਚੱਖਾਂ ਪਾ ਕੇ ਸਰਕਾਰ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਸੈੱਟ ਕਰਾਂਗੇ। ਪਹਿਲੀ ਵਾਰ ਦੇਸ਼ ਦੀਆਂ ਇਲੈਕਸ਼ਨਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਗੁੰਜੂ, ਨਹੀਂ ਤਾਂ ਕਾਰਪੋਰੇਟ ਦੇ ਏਜੰਡੇ ਰਹਿੰਦੇ ਆ, ਇੱਕ ਦੂਜੇ ਤੇ ਦੂਸ਼ਣਬਾਜ਼ੀ, ਤੁਸੀਂ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਤਾਂ ਵਿਰੋਧੀ ਧਿਰਾਂ ਵੀ ਅੱਜ ਬੋਲ ਰਹੀਆਂ ਜਿਹੜੀਆਂ ਕਦੀ ਸੱਤਾ 'ਚ ਰਹੀਆਂ ਸੀ ਵੀ ਅਸੀਂ MSP ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ। ਕਿਉਂ ਬੋਲ ਰਹੀਆਂ? ਅੰਦੋਲਨ ਦੀ ਸੱਤਾਧਾਰੀ ਵੀ ਬੋਲਣਗੇ। ਤਾਂ ਇਹ ਅੰਦੋਲਨ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਕੋਈ ਵੀ ਰੂਪ ਹੋਵੇ ਸਾਡਾ, ਅਸੀਂ ਸੰਘਰਸ਼ ਜਾਰੀ ਰੱਖਾਂਗੇ।
ਬਿਲਕੁਲ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਿਆਂ ਪ੍ਰਣਾਲੀ ਦੇ ਵੱਲੋਂ ਜਿੱਥੇ ਸਵਾਲ ਉਠਾਏ ਗਏ ਸਨ ਤਾਂ ਤਲਖ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ, ਤਾਂ ਉਹਨਾਂ ਦੇ ਜਵਾਬ ਵਜੋਂ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੂਰੀ ਰੂਪਰੇਖਾ ਰਹਿ ਸਕਦੀ ਹੈ, ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।